ਧੰਨ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਨੌਵਾਂ। ਕੋ ਮਾਈ ਭੁੱਲਿਓ ਮਨ ਸਮਝਾਵੈ, ਵੇਦ ਪੁਰਾਨ ਸਾਧ ਸੰਗ ਸੁਨ ਸਾਧ ਮਗ ਸੁਨ ਕਰ, ਨਿਮਖ ਨ ਹਰ ਗੁਣ ਗਾਵੈ। ਕੋ ਮਾਈ ਭੁੱਲਿਓ ਮਨ ਸਮਝਾਵੈ, ਵੇਦ ਪੁਰਾਨ ਸਾਧ ਮਗ ਸੁਨ ਕਰ, ਨਿਮਖ ਨ ਹਰ ਗੁਣ ਗਾਵੈ। ਰਹਾਉ ਦੁਰਲਭ ਦੇਹ ਪਾਏ ਮਾਨਸ ਕੀ, ਬਿਰਥਾ ਜਨਮ ਸਿਰਾਵੈ। ਮਾਇਆ ਮੋਹ ਮਹਾ ਸੰਕਟ ਬਨ, ਤਾਂ ਸਿਉ ਰੁਚ ਉਪਜਾਵੈ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਂ ਸਿਉ ਨਿਹ ਨ ਲਾਵੈ। ਨਾਨਕ ਮੁਕਤ ਤਾਹੇ ਤੁਮ ਮਾਨਹੁ, ਜਿਹ ਘਟ ਰਾਮ ਸਮਾਵੈ। ਅੰਤਰ ਬਾਹਰ ਸਦਾ ਸੰਗ ਪ੍ਰਭ, ਤਾਂ ਸਿਉ ਨਿਹ ਨ ਲਾਵੈ। ਨਾਨਕ ਮੁਕਤ ਤਾਹੇ ਤੁਮ ਮਾਨਹੁ, ਜਿਹ ਘਟ ਰਾਮ ਸਮਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗ ਹੋ ਜੁਗ ਅਟਲ, ਜਹਰਜ ਹੂਰ ਹਾਜ਼ਰ ਹਜੂਰ, ਸਰਬ ਕਲਾਂ ਭਰਪੂਰ। ਦਸਾਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਪਾਵਨ ਮੁਬਾਰਕ ਗੋਦ ਅੰਦਰ ਹਾਜ਼ਰੀਨ ਸਤ ਸੰਗੀ ਜਨੋ, ਸਤਿਗੁਰਾਂ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ। ਸਾਹਿਬ ਜੀਆਂ ਨੇ ਦਿਆਲਤਾ ਵਰਤਾਈ ਹੈ। ਸ਼ਾਮ ਦੇ ਦੀਵਾਨ ਬਖਸ਼ਿਸ਼ ਕੀਤੇ ਸੱਜੇ ਦੀਵਾਨਾਂ ਅੰਦਰ। ਸੋਦਾ ਰਹਿਰਾਸ ਸਾਹਿਬ ਜੀ ਦੀ ਬਾਣੀ ਤੋਂ ਉਪਰੰਤ ਅੰਮ੍ਰਿਤ ਬਾਣੀ ਕਾ ਕੀਰਤਨ, ਉਪਰੰਤ ਜੋ ਲੜੀਵਾਰ ਨੌਵੇਂ ਪਾਤਸ਼ਾਹ ਧਰਮ ਰੱਖਿਅਕ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ, ਤਿੰਨਾਂ ਦੀ ਪਾਵਨ ਬਾਣੀ ਸ਼ਬਦ, ਤਿੰਨਾਂ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਆਓ ਉਸ ਲੜੀ ਦੇ ਨਾਲ ਜੁੜਨ ਤੋਂ ਪਹਿਲਾਂ ਸਤਿਗੁਰਾਂ ਜੀ ਦੇ ਪਾਸ ਮਨ ਚਿੱਤ ਇਕਾਗਰ ਕਰ ਹਾਜ਼ਰੀ ਲਵਾਉਂਦਿਆਂ ਰਸਨਾ ਨੂੰ ਕਰੀਏ ਪਵਿੱਤਰ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੌੜੀ ਮਹੱਲਾ ਨੌਵਾਂ। ਰਾਗ ਗੌੜੀ ਦੇ ਅੰਦਰ ਨੌਵੇਂ ਨਾਨਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਪਾਵਨ ਸ਼ਬਦ, ਜਿਸ ਦਾ ਪਾਠ ਰੂਪ ਦੇ ਅੰਦਰ ਆਪ ਜੀਆਂ ਨੇ ਜਾਪ ਸਰਵਨ ਕੀਤਾ। ਇਹ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 219 ਔਰ 20 ਉੱਪਰ ਸ਼ੋਭਨੀਕ ਹੈ। ਸਾਹਿਬ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਤਿੰਨਾਂ ਦੀ ਬਾਣੀ ਦਾ ਇਹ 6ਵਾਂ ਸ਼ਬਦ ਹੈ।
ਔਰ ਕੱਲ ਦੇ ਦੀਵਾਨਾਂ ਦੇ ਅੰਦਰ ਆਪ ਜੀਆਂ ਨੇ, ਕਿਉਂਕਿ ਕੱਲ ਦਾ ਜੋ 5ਵਾਂ ਸ਼ਬਦ ਸੀ ਉਹ ਆਪਾਂ ਸੰਪੂਰਨ ਨਹੀਂ ਕਰ ਪਾਏ ਸਾਂ, ਉਹਦਾ ਵਿਖਿਆਨ, ਕਿਉਂਕਿ ਉਸ ਸ਼ਬਦ ਦੇ ਅੰਦਰ ਮਾਲਕ ਜੀਆਂ ਨੇ ਮਾਨਸ ਜਨਮ ਦੀ ਗੱਲ ਕੀਤੀ ਸੀ, ਔਰ ਮਾਨਸ ਜਨਮ ਕਿਵੇਂ ਮਿਲਿਆ ਏ, ਕਿਵੇਂ ਪ੍ਰਾਪਤ ਹੋਇਆ ਏ, ਇਹ ਅਵਸਰ ਹੈ, ਇਹ ਮੌਕਾ ਹੈ ਜਾਂ ਜੀਵਨ ਪ੍ਰਾਪਤੀ ਹੈ, ਉਸ ਬਾਬਤ ਕੱਲ ਆਪਾਂ ਨੇ ਖੁੱਲ੍ਹ ਕੇ ਵਿਚਾਰ ਕੀਤੀ। ਕੱਲ ਕੇਵਲ ਇਸ ਸ਼ਬਦ ਦੇ ਰਹਾਉ ਵਾਲੇ ਬੰਦ ਦੀ ਵਿਚਾਰ ਹੋਈ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ ਰਹਾਓ। ਕਿ ਇਹ ਜਿਹੜਾ ਮਨੁੱਖਾ ਜਨਮ ਬੜਾ ਕੀਮਤੀ ਹੈ, ਇਹ ਮਿਲਿਆ ਹੈ। ਤੇ ਸਾਹਿਬ ਕਹਿੰਦੇ ਭਾਈ ਇਹ ਸਤ ਸੰਗੀ ਜਨ ਪਿਆਰਿਓ, ਇਹਨੂੰ ਅਜਾਈ ਨਾ ਗਵਾ ਲਿਓ। ਮਾਲਕ ਦੀ ਸਿਫਤ ਦੇ ਗੀਤ, ਮਾਲਕ ਦੀ ਇਬਾਦਤ ਬੰਦਗੀ ਕਰਕੇ ਇਹ ਮਨੁੱਖਾ ਜਨਮ ਜਿਹੜਾ ਅਵਸਰ ਹੈ ਔਰ ਜੋ ਜੀਵਨ ਦੀ ਪ੍ਰਾਪਤੀ ਵਾਸਤੇ ਮਿਲਿਆ ਹੈ, ਇਹਨੂੰ ਸਫਲਾ ਕਰਿਓ। ਫਿਰ ਸਾਹਿਬ ਜੀਆਂ ਨੇ ਅਗਲੇਰੇ ਬੰਦਾਂ ਅੰਦਰ ਬਚਨ ਕੀਤੇ, ਕਹਿੰਦੇ ਪਤਿਤ ਪੁਨੀਤ ਦੀਨ ਬੰਦ ਹਰ, ਸ਼ਰਨ ਤਾਹੇ ਤੁਮ ਆਵੋ। ਕਹਿੰਦੇ ਇਹ ਮਨੁੱਖਾ ਜਨਮ ਨੂੰ ਜੇ ਸਫਲ ਕਰਨਾ ਹੈ ਤੇ ਭਾਈ ਜਿਹੜਾ ਪਤਿਤ ਹੁੰਦਾ ਹੈ, ਜਿਹੜਾ ਵਿਕਾਰਾਂ ਦੇ ਵਿੱਚ ਡੁੱਬਾ ਹੋਇਆ ਹੈ, ਤੇ ਪੁਨੀਤ ਤੋਂ ਭਾਵ ਜਿਹੜਾ ਪਵਿੱਤਰ ਹੈ, ਪਵਿੱਤਰ 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 ਪੁਨੀਤ, ਜਿਹੜਾ ਪਾਕ ਹੈ, ਪਵਿੱਤਰ ਹੈ, ਜਿਹਦੇ ਉੱਪਰ ਕੋਈ ਦਾਗ ਨਹੀਂ, ਜਿਹੜਾ ਖਾਲਸ ਹੈ, ਸ਼ੁੱਧ ਹੈ, ਨਿਰੋਲ ਹੈ, ਮਿਲਾਵਟ ਤੋਂ ਰਹਿਤ ਹੈ। ਸਾਹਿਬ ਕਹਿੰਦੇ ਪਤਿਤ ਪੁਨੀਤ ਦੀਨ ਬੰਦ ਹਰ, ਕਹਿੰਦੇ ਉਹ ਮਾਲਕ ਜਿਹੜਾ ਵਿਕਾਰਾਂ ਦੇ ਵਿੱਚ ਡਿੱਗੇ ਹੋਏ ਜੀਵ ਨੂੰ ਵੀ ਪੁਨੀਤ ਪਵਿੱਤਰ ਪਾਕ ਕਰ ਦਿੰਦਾ ਹੈ, ਔਰ ਜਿਹੜਾ ਦੀਨਾਂ ਦੇ ਉੱਪਰ ਦੀਨ ਭਾਵ ਗਰੀਬ ਔਰ ਬੰਦ ਤੋਂ ਭਾਵ ਬੰਧਪ ਸੰਬੰਧੀ ਸਾਖ ਸੰਬੰਧੀ, ਕਹਿੰਦੇ ਉਹ ਮਾਲਕ ਜਿਹੜਾ ਜੀਵ ਨੂੰ ਸਾਰੇ ਜਿੱਥੇ ਜਿੱਥੇ ਵੀ ਜੀਵ ਮਨ ਕਰਕੇ ਤਨ ਕਰਕੇ ਵੱਜਦਾ ਹੈ। ਗੱਲ ਕਾਦੀ ਕਿ ਸਾਹਿਬ ਕਹਿੰਦੇ ਹਰ ਇੱਕ ਪੱਖ ਤੋਂ ਜਿਹੜਾ ਮਾਲਕ ਜੀਵ ਨੂੰ ਪਾਕ ਪਵਿੱਤਰ ਕਰਨ ਹਾਰਾ ਹੈ, ਸ਼ਰਨ ਤਾਹੇ ਤੁਮ ਆਵੋ, ਭਾਈ ਉਹਦੀ ਸ਼ਰਨ ਦੇ ਅੰਦਰ ਆਓ। ਗਜ ਕੋ ਤਰਾਸ ਮਿਟਿਓ ਜਿਹ ਸਿਮਰਤ, ਹੇ ਭਾਈ ਜਿਸ ਦੇ ਸਿਮਰਨ ਦੇ ਨਾਲ ਹਾਥੀ ਦਾ ਵੀ ਡਰ ਖਤਮ ਹੋ ਜਾਂਦਾ ਏ। ਇਹ ਵਿਕਾਰ ਜਿਹੜੇ ਹਾਥੀ ਦੇ ਵਾਂਗਰਾਂ ਜੀਵ ਦੇ ਉੱਪਰ ਪ੍ਰਭਾਵ ਪਾ ਲੈਂਦੇ ਨੇ, ਸਾਹਿਬ ਕਹਿੰਦੇ ਜਿਹੜੇ ਮਾਲਕ ਦੇ ਸਿਮਰਨ ਦੇ ਨਾਲ ਜਿਹ ਸਿਮਰਤ ਗਨਕਾ ਸੀ ਉਤਰੀ, ਕਹਿੰਦੇ ਜਿਸ ਸਿਮਰਨ ਦੇ ਨਾਲ ਭਾਈ ਗਨਕਾ ਵਰਗੇ ਜਾਂ ਅਜਾਮਲ ਵਰਗੇ ਪਾਪੀ ਤਰ ਗਏ, ਤੂੰ ਉਹ ਮਾਲਕ ਨੂੰ ਕਿਉਂ ਵਿਸਾਰਿਆ ਹੋਇਆ। ਇਹ ਗੱਜ ਕੋ ਤਰਾਸ ਮਿਟਿਓ ਜੇ ਸਿਮਰਤ, ਜਿਹਦੇ ਸਿਮਰਨ ਦੇ ਨਾਲ ਸਭ ਡਰ ਭਰਮ ਭਉ ਦੂਰ ਹੋ ਜਾਂਦੇ ਨੇ। ਤੁਮ ਕਾਹੇ ਵਿਸਰਾਵੋ, ਤੂੰ ਭਲਿਆ ਕਿਉਂ ਵਿਸਾਰਿਆ ਹੋਇਆ। ਉਹਨੂੰ ਯਾਦ ਕਰ। ਤਜ ਅਭਿਮਾਨ ਮੋਹ ਮਾਇਆ ਫੁਨ, ਭਜਨ ਰਾਮ ਚਿਤ ਲਾਵੋ। ਮੋਹ ਮਾਇਆ ਨੂੰ ਤਿਆਗ, ਅਭਿਮਾਨ ਹੰਕਾਰ ਨੂੰ ਛੱਡ, ਤੇ ਕਹਿੰਦੇ ਭਜਨ ਦੇ ਨਾਲ ਬੰਦਗੀ ਦੇ ਨਾਲ ਚਿੱਤ ਜੋੜ। ਨਾਨਕ ਕਹਿਤ ਮੁਕਤ ਪੰਥ ਇਹ, ਗੁਰਮੁਖ ਹੋਏ ਤੁਮ ਪਾਵੋ। ਸਾਹਿਬ ਕਹਿੰਦੇ ਭਾਈ ਮੁਕਤੀ ਦਾ ਰਸਤਾ ਇਹ ਹੈ, ਮਨੁੱਖਾ ਜਨਮ ਮਿਲਿਆ ਹੈ
ਗੁਰਮੁਖ ਹੋਏ ਤੁਮ ਪਾਵਹੁ। ਗੁਰੂ ਦੀ ਮੱਤ ਤੇ ਚੱਲ ਕੇ, ਗੁਰੂ ਦੀ ਮੱਤ ਨੂੰ ਲੈ ਕੇ ਤੂੰ ਇਹ ਜੀਵਨ ਜਿਹੜਾ ਮਨੁੱਖਾ ਜਨਮ ਜਿਹੜਾ ਮਿਲਿਆ ਹੈ, ਇਹਦੇ ਅੰਦਰ ਜੀਵਨ ਦੀ ਕਮਾਈ ਕਰ ਸਕਦਾ ਹੈ, ਇਹ ਜੀਵਨ ਨੂੰ ਸਫਲ ਕਰ ਸਕਦਾ ਹੈ। ਇਹ ਮਨੁੱਖਾ ਜਨਮ ਜਿਹੜਾ ਖੇਤ ਦੀ ਤਰ੍ਹਾਂ ਹੈ, ਇਹਦੇ ਅੰਦਰ ਨਾਮ ਦਾ ਬੀਜ ਬੀਜ ਕੇ, ਸੰਤੋਖ ਦਾ ਸੁਹਾਗਾ ਫਿਰ ਕੇ ਔਰ ਗਰੀਬੀ ਵੇਸ ਨੂੰ ਧਾਰਨ ਕਰਕੇ ਤੂੰ ਇਹਨੂੰ ਸਫਲਾ ਕਰ ਸਕਦਾ ਹੈ। ਇਹ ਕੱਲ ਦਾ ਪਾਵਨ ਸ਼ਬਦ ਸੀ ਔਰ ਅੱਜ ਦੇ ਪਾਵਨ ਸ਼ਬਦ ਅੰਦਰ ਜੋ ਲੜੀਵਾਰ ਗਿਣਤੀ ਦੇ ਅੰਦਰ 6ਵਾਂ ਸ਼ਬਦ ਹੈ। ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਕੋ ਮਾਈ ਭੁੱਲਿਓ ਮਨ ਸਮਝਾਵੇ। ਹੇ ਮੇਰੀ ਮਾਂ, ਇਸ ਸ਼ਬਦ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਮਾਂ ਨੂੰ ਸੰਬੋਧਨ ਕੀਤਾ। ਕਹਿੰਦੇ ਹੇ ਮੇਰੀ ਮਾਂ, ਕੋ ਮਾਈ ਭੁੱਲਿਓ ਮਨ ਸਮਝਾਵੇ ਹੈ। ਮੇਰੇ ਭੁੱਲੇ ਹੋਏ ਮਨ ਨੂੰ ਕੋਈ ਸਿੱਧਾ ਰਸਤਾ ਦੱਸਣ ਵਾਲਾ ਹੈ ਤੇ ਮੈਨੂੰ ਦੱਸ, ਮੈਂ ਉਹਦੀ ਸ਼ਰਨ ਅੰਦਰ ਜਾਵਾਂ। ਹੇ ਮਾਂ, ਕੋਈ ਮੇਰੇ ਮਨ ਨੂੰ ਸਮਝਾ ਦੇਵੇ। ਇਹ ਮਨ ਜਿਹੜਾ ਹੈ ਇਹ ਸਿੱਧੇ ਮਾਰਗ ਤੇ ਨਹੀਂ ਆ ਰਿਹਾ। ਖਿਆਲ ਕਰਨਾ, ਜਦੋਂ ਇਸ ਦੇ ਨਾਲ ਦੂਸਰੀ ਪੰਕਤੀ ਨੂੰ ਪੜਾਂਗੇ ਤੇ ਫਿਰ ਕੁਝ ਗੱਲਾਂ ਦਾ ਖੁਲਾਸਾ ਬੜੇ ਸਪਸ਼ਟ ਰੂਪ ਦੇ ਅੰਦਰ ਸਾਹਿਬ ਕਰ ਦਿੰਦੇ। ਕਹਿੰਦੇ ਕੋ ਮਾਈ ਭੁੱਲਿਓ ਮਨ ਸਮਝਾਵੇ ਹੈ। ਕੋਈ ਭੁੱਲੇ ਹੋਏ ਮਨ ਨੂੰ ਹੇ ਮਾਂ ਸਮਝਾਉਣ ਵਾਲਾ ਵੇਦ ਪੁਰਾਨ, ਵੇਦ ਤੇ ਪੁਰਾਨ ਸਨਾਤਨ ਧਰਮ ਦੇ ਧਾਰਮਿਕ ਗ੍ਰੰਥ, 4 ਵੇਦ, 18 ਪੁਰਾਨ, 27 ਸਿਮਰਤੀਆਂ, 6 ਸ਼ਾਸਤਰ, ਇੱਕ ਵੇਦ ਨੇ ਤੇ ਇੱਕ ਕਤੇਬ ਨੇ। ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਸੋ ਜੋ ਨਾ ਵਿਚਾਰੇ। ਸਾਹਿਬ ਕਹਿੰਦੇ ਤੂੰ ਇਹਨਾਂ ਗ੍ਰੰਥਾਂ ਨੂੰ, ਧਾਰਮਿਕ ਗ੍ਰੰਥਾਂ ਨੂੰ ਝੂਠਾ ਨਾ ਕਹੇ। ਅਸਲ ਅੰਦਰ ਉਹ ਸੱਚ ਤੋਂ ਪਰੇ ਹੈ, ਉਹ ਝੂਠਾ ਹੈ, ਉਹ ਕੂੜ ਤੇ ਚੱਲ ਰਿਹਾ ਜਿਹੜਾ ਇਹਨਾਂ ਦੀ ਵਿਚਾਰ ਨਹੀਂ ਕਰਦਾ। ਵੇਦ ਕਤੇਬ, ਵੇਦ ਔਰ ਬਾਕੀ ਧਾਰਮਿਕ ਪੁਰਾਣ, ਇਹ ਜਿਹੜੇ ਜਾਂ ਧੰਮਪਦ ਗ੍ਰੰਥ ਜਿਨ੍ਹਾਂ ਨੂੰ ਏਸ਼ੀਅਨ ਧਾਰਮਿਕ ਗ੍ਰੰਥ ਦਾ ਨਾਮ ਦਿੱਤਾ ਗਿਆ ਹੈ, ਔਰ ਕਤੇਬ ਨੇ ਜਿਹੜੇ ਯੂਰਪ ਦੇ ਅੰਦਰ ਧਰਮ ਪੈਦਾ ਹੋਏ ਨੇ, ਉਹਨਾਂ ਧਰਮਾਂ ਦੇ ਧਾਰਮਿਕ ਗ੍ਰੰਥ ਜਿਵੇਂ ਪਾਰਸੀ ਧਰਮ ਹੈ, ਈਸਾਈ ਧਰਮ ਹੈ, ਯਹੂਦੀ ਧਰਮ ਹੈ। ਯਹੂਦੀ ਧਰਮ ਦਾ ਧਾਰਮਿਕ ਗ੍ਰੰਥ ਬਾਈਬਲ, ਓਲਡ ਟੈਸਟਾਮੈਂਟ, ਜਿਹਨੂੰ ਪੁਰਾਣੀ ਬਾਈਬਲ ਜਾਂ ਪੁਰਾਣਾ ਅਹਿਦਨਾਮਾ ਕਿਹਾ ਜਾਂਦਾ ਹੈ, ਜਿਹਦੇ ਅੰਦਰ ਵੱਖ-ਵੱਖ ਕਿਤਾਬਾਂ, ਤੌਰੇਤ, ਨਬੀਮ ਇਤਆਦਿ ਬਹੁਤ ਉਸ ਅਹਿਦਨਾਮੇ ਦੇ ਅੰਦਰ ਪੁਸਤਕਾਂ ਹਨ। ਉਹ ਕਿਤਾਬਾਂ ਦਾ ਸੰਗ੍ਰਹਿ ਹੈ। ਔਰ ਈਸਾਈ ਧਰਮ ਦੇ ਧਾਰਮਿਕ ਗ੍ਰੰਥ ਜਿਨ੍ਹਾਂ ਦੇ ਅੰਦਰ ਨਿਊ ਟੈਸਟਾਮੈਂਟ, ਨਿਊ ਅਹਿਦਨਾਮਾ, ਜਿਹਨੂੰ ਬਾਈਬਲ ਦਾ ਦਰਜਾ ਦਿੱਤਾ ਗਿਆ ਹੈ, ਇਹਨਾਂ ਨੂੰ ਕਤੇਬ ਕਿਹਾ ਜਾਂਦਾ ਹੈ। ਸਾਹਿਬ ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਸੋ ਨਾ ਵਿਚਾਰੇ। ਔਰ ਸਤਿਗੁਰਾਂ ਨੇ ਬਚਨ ਕੀਤੇ, ਕਹਿਣ ਲੱਗੇ ਵੇਦ ਪੁਰਾਨ ਸਾਧ ਸੰਗ ਸੁਨ ਕਰ, ਨਿਮਖ ਨਾ ਹਰ ਗੁਣ ਗਾਵੇ। ਹੇ ਮਾਂ, ਇਹ ਮਨ ਕਿਵੇਂ ਦੇ ਮਾਰਗ ਨੂੰ ਇਹਨੇ ਅਪਣਾ ਲਿਆ ਹੈ, ਇਹਨੂੰ ਕੋਈ ਹੈ ਸਮਝਾਉਣ ਵਾਲਾ। ਵੇਦ ਕਤੇਬ ਸਾਧ ਮਗ ਸੁਨ ਕਰ, ਵੇਦ ਵੀ ਸੁਣੇ, ਕਤੇਬ ਵੀ ਸੁਣੇ, ਔਰ ਧਾਰਮਿਕ ਦਸੇ ਧਾਰਮਿਕ ਜਿਹੜੇ ਸੰਤ ਜਨ, ਸੇਵਕ ਜਨ, ਭਗਤ ਜਨ ਨੇ, ਉਹਨਾਂ ਦੀ ਵੀ ਸੰਗਤ ਕਰਦਾ ਹੈ, ਉਹਨਾਂ ਦੇ ਵੀ ਬਚਨ ਸੁਣਦਾ ਹੈ। ਨਿਮਖ ਨਾ ਹਰ ਗੁਣ ਗਾਵੇ, ਤੇ ਫਿਰ ਵੀ ਇੱਕ ਪਲ ਵੀ ਉਹਦੀ ਇਬਾਦਤ ਦੇ ਅੰਦਰ ਨਹੀਂ ਜੁੜਦਾ, ਉਹਦੇ ਗੁਣ, ਉਹਦੀ ਸਿਮਰਤੀ ਹਿਰਦੇ ਦੇ ਅੰਦਰ ਨਹੀਂ ਲੈ ਕੇ ਆਉਂਦਾ।
ਖਿਆਲ ਕਰਨਾ। ਇੱਕ ਤੇ ਉਹ ਜੀਵ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈ, ਜਿਨ੍ਹਾਂ ਨੇ ਕਦੇ ਸੰਗਤ ਦੇ ਅੰਦਰ ਜਾਂ ਧਾਰਮਿਕ ਗ੍ਰੰਥਾਂ ਦਾ ਅਧਿਐਨ ਹੀ ਨਹੀਂ ਕੀਤਾ, ਉਹਨਾਂ ਨੂੰ ਤੇ ਕਿਹਾ ਜਾ ਸਕਦਾ ਹੈ ਕਿ ਭਾਈ ਤੁਸੀਂ ਇਹਨਾਂ ਨੂੰ ਪੜ੍ਹੋ, ਸਤ ਸੰਗੀਆਂ ਦੀ ਸੰਗਤ ਕਰੋ। ਪਰ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਇਸ ਤੋਂ ਅਗਲੀ ਗੱਲ ਕੀਤੀ। ਕਹਿੰਦੇ ਭਾਈ ਜਿਹੜੇ ਸੁਣਦੇ ਵੀ ਹਨ, ਜਿਹੜੇ ਸਤ ਸੰਗ ਦੇ ਅੰਦਰ ਵੀ ਆਉਂਦੇ ਆ, ਜਿਹੜੇ ਧਾਰਮਿਕ ਗ੍ਰੰਥਾਂ ਨੂੰ ਵੀ ਪੜ੍ਹਦੇ ਆ, ਸਿੱਖਿਆ ਵੀ ਲੈਂਦੇ ਆ, ਪਰ ਇੱਕ ਨਿਮਖ ਵੀ ਹਿਰਦੇ ਦੇ ਅੰਦਰ ਉਹਦੀ ਵਿਚਾਰ ਨੂੰ ਧਾਰਨ ਨਹੀਂ ਕਰਦੇ। ਕਹਿੰਦੇ ਕਿਵੇਂ ਦੀ ਮੱਤ ਉਹਨਾਂ ਜੀਵਾਂ ਨੇ ਧਾਰੀ ਹੋਈ ਹੈ। ਹਾਲਾਂਕਿ ਸਤਿਗੁਰਾਂ ਨੇ ਸੰਬੋਧਨ ਤੇ ਆਪਣੇ ਮਨ ਨੂੰ ਕੀਤਾ ਹੈ, ਪਰ ਆਪਾਂ ਪਿਛਲੇ ਦਿਨਾਂ ਅੰਦਰ ਵੀ ਇਹ ਗੱਲ ਵਿਚਾਰੀ ਸੀ ਕਿ ਧੰਨ ਗੁਰੂ ਤੇਗ ਬਹਾਦਰ ਜਾਂ ਸਮੁੱਚੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਭਗਤ ਭੱਟ ਸਾਹਿਬਾਨ, ਗੁਰੂ ਕੇ ਸਿੱਖ ਜਾਂ ਗੁਰੂ ਸਾਹਿਬਾਨ ਜਦੋਂ ਵੀ ਆਪਣੇ ਆਪ ਨੂੰ ਬਾਣੀ ਦੇ ਅੰਦਰ ਇਹਨਾਂ 35 ਮਹਾਂਪੁਰਖਾਂ ਨੇ ਸੰਬੋਧਿਤ ਕੀਤਾ ਹੈ, ਉਹਦਾ ਮਤਲਬ ਹੀ ਇਹ ਹੈ ਕਿ ਸਾਨੂੰ ਸਮਝਾਉਣ ਵਾਸਤੇ ਕਿ ਭਾਈ ਐਵੇਂ ਅਰਜ਼ੋਈ ਕਰਿਆ ਕਰ। ਨਹੀਂ ਤੇ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਧਰਮ ਰੱਖਿਅਕ, ਜਿਹੜੇ ਦੂਜਿਆਂ ਵਾਸਤੇ ਕੁਰਬਾਨ ਹੋਣ ਵਾਲੇ ਨੇ, ਉਹਨਾਂ ਦਾ ਕਿਤੇ ਮਨ ਹੀ ਨਹੀਂ ਵਸ ਦੇ ਅੰਦਰ ਆਇਆ। ਉਹ ਤੇ ਸਭ ਨੂੰ ਵਸ ਦੇ ਅੰਦਰ ਕਰਨ ਹਾਰੇ। ਪਰ ਸਾਹਿਬ ਜੀਆਂ ਨੇ, ਕਿਉਂਕਿ ਹਿਰਦੇ ਦੀ ਗੱਲ ਹੈ, ਅੰਦਰ ਦੀ ਗੱਲ ਹੈ, ਆਪੇ ਨੂੰ ਸੰਬੋਧਨ ਕਰਕੇ ਹੀ ਸਮਝਾਉਂਦੇ ਨੇ। ਕਹਿਣ ਲੱਗੇ, ਹੇ ਮਾਈ, ਮਨ ਜਿਹੜਾ ਹੈ ਇਹ ਕਿਵੇਂ ਸਮਝੇ, ਕਿਵੇਂ ਇਹਨੂੰ ਸਮਝਾਇਆ ਜਾਵੇ। ਇਹ ਧਾਰਮਿਕ ਉਪਦੇਸ਼ ਵੀ ਸੁਣਦਾ ਹੈ, ਅਧਿਐਨ ਵੀ ਕਰਦਾ ਹੈ, ਇਹ ਸਤ ਸੰਗੀਆਂ ਦੀ ਸੰਗਤ ਵੀ ਕਰਦਾ ਹੈ, ਪਰ ਨਿਮਖ ਅੱਖ ਝਮਕਣ ਜਿੰਨਾ ਸਮਾਂ ਵੀ ਇਹ ਗੁਰੂ ਦੇ ਵਿਚਾਰ ਨੂੰ ਹਿਰਦੇ ਦੇ ਅੰਦਰ ਨਹੀਂ ਧਾਰਨ ਕਰਦਾ। ਜਿਵੇਂ ਹੀ ਗੁਰੂ ਦੀ ਮੱਤ ਆਉਂਦੀ ਹੈ, ਉਵੇਂ ਹੀ ਇਹ ਬਾਹਰ ਕੱਢ ਦਿੰਦਾ। ਇੱਕ ਬੜੀ ਵਧੀਆ ਉਦਾਹਰਨ, ਇੱਕ ਭਿਖਾਰੀ ਬੜੇ ਲੰਮੇ ਸਮੇਂ ਤੋਂ ਉਹ ਮੰਗਦਾ ਹੈ, ਕਰੀਬ 35-40 ਸਾਲ ਲਗਾਤਾਰ ਉਹਨੇ ਇਹ ਕਰਮ ਕੀਤਾ। ਉਹ ਇੱਕ ਆਪਣੇ ਹੱਥ ਦੇ ਵਿੱਚ ਉਹਨੇ ਚਿੱਬਾ ਜਿਹਾ ਕਬਲਾ ਫੜਿਆ ਹੋਇਆ ਹੈ, ਗਲ ਦੇ ਅੰਦਰ ਪਾਟੀਆਂ ਲੀਰਾਂ ਪਾਈਆਂ ਹੈ, ਸਰੀਰ ਨਿਰੋਲ ਹੈ, ਸਰੀਰ ਨੂੰ ਕੋਈ ਰੋਗ ਨਹੀਂ ਲੱਗਾ, ਨਾ ਅਪਾਹਜ ਹੈ, ਪਰ ਮੰਗਣ ਵਾਲੀ ਬਿਰਤੀ ਸ਼ੁਰੂ ਤੋਂ ਹੀ ਬਣ ਗਈ ਹੈ। ਹੁਣ ਮੰਗਦਾ ਹੈ, ਲੀਰਾਂ ਜੀਆਂ ਪਾਈਆਂ ਹੈ ਗਲ ਦੇ ਅੰਦਰ, ਇੱਕ ਕੱਪੜਾ ਥੱਲੇ ਵਿਛਾ ਲੈਂਦਾ ਹੈ। 30-35 ਸਾਲ 35-40 ਸਾਲ ਲਗਾਤਾਰ ਉਹਨੇ ਇਹ ਕਰਮ ਕੀਤਾ ਹੈ। ਕਹਿੰਦੇ ਇੱਕ ਸਮਾਂ ਆਇਆ, ਇੱਕ ਕਾਫੀ ਅਮੀਰ ਆਦਮੀ ਉਹਨੇ ਦੇਖਿਆ, ਬੜੇ ਲੰਬੇ ਸਮੇਂ ਤੋਂ ਦੇਖ ਰਿਹਾ ਸੀ। ਮਨ ਅੰਦਰ ਆਇਆ, ਕਿੰਨਾ ਲੰਮਾ ਸਮਾਂ ਮੈਨੂੰ ਦੇਖਦਿਆਂ ਹੋ ਗਿਆ, ਇਹ ਇਸੇ ਤਰ੍ਹਾਂ ਹੀ ਇੱਥੇ ਬੈਠਾ ਰਹਿੰਦਾ, ਕਿਉਂ ਨਾ ਹੋਵੇ ਇਹਦੀ ਗਰੀਬੀ ਕੱਢ ਦਿੱਤੀ ਜਾਵੇ, ਇਹਦੀ ਗਰੀਬੀ ਧੋ ਦਿੱਤੀ ਜਾਵੇ। ਉਹਨੇ ਉਹਨੂੰ ਆਪਣੇ ਨਾਲ ਲਿਆ ਹੈ, ਗੱਡੀ ਦੇ ਅੰਦਰ ਬਿਠਾਇਆ ਹੈ, ਘਰ ਲਿਆਂਦਾ ਹੈ, ਆਪਣੇ ਨੌਕਰਾਂ ਚਾਕਰਾਂ ਦੀ ਸਹਾਇਤਾ ਦੇ ਨਾਲ ਉਹਨੂੰ ਨਵਾ ਧੋ ਕੇ ਉਹਨੂੰ ਚੰਗੀ ਪੋਸ਼ਾਕ ਪਹਿਨਾਈ ਹੈ, ਜੋੜਾ ਦਿੱਤਾ ਹੈ, ਔਰ ਫਿਰ ਉਹਨੂੰ ਕਿਹਾ ਹੈ ਕਿ ਬੜੇ ਲੰਮੇ ਸਮੇਂ ਤੋਂ ਤੈਨੂੰ ਮੈਂ ਇਸੇ ਤਰ੍ਹਾਂ ਦੇਖ ਰਿਹਾ ਸਾਂ, ਮਨ ਦੇ ਅੰਦਰ ਆਇਆ, ਕਿਉਂ ਨਾ ਹੋਵੇ ਬੜੀ ਤੂੰ ਘਾਲਣਾ ਘਾਲੀ ਹੈ, ਗੁਰੂ ਤੇਰੇ ਤੇ ਤਰੁੱਠੇ ਕਿਰਪਾ ਕਰੇ, ਤੇਰੀ ਗਰੀਬੀ ਧੋ ਦਈਏ। ਉਹਨੇ ਕਾਫੀ ਵੱਡੀ ਰਕਮ ਦਾ ਚੈੱਕ ਕੱਟ ਦਿੱਤਾ ਤੇ ਕਿਹਾ, ਜੇ ਧਿਆਨ ਦੇ ਨਾਲ ਵਰਤੇਂਗਾ ਤੇ ਤੇਰੀਆਂ ਅੱਗੋਂ ਪੀੜ੍ਹੀਆਂ ਵੀ ਖਾਣ ਤੇ ਮੁੱਕ ਨਹੀਂ ਸਕਦੇ, ਤੇ ਇਹ ਜਿਹੜਾ ਤੂੰ ਲਿਬਾਸ ਧਾਰਨ ਕੀਤਾ ਹੈ, ਹੁਣ ਇਹਨੂੰ ਤਿਆਗਤਾ ਹੈ, ਤੈਨੂੰ ਤਿਆਗਿਆ ਰਹਿਣ ਦੇ, ਹੁਣ ਤੈਨੂੰ ਮੰਗਣ ਦੀ ਲੋੜ ਨਹੀਂ ਹੈ। ਉਹ ਭਿਖਾਰੀ ਬੜਾ ਖੁਸ਼ ਹੋਇਆ,
ਕਹਿੰਦੇ ਜਦੋਂ ਉੱਥੋਂ ਚੱਲਣ ਲੱਗਾ ਤੇ ਮਨ ਦੇ ਅੰਦਰ ਆਇਆ ਵੀ ਇਹ ਜਿਹੜਾ ਜਿਹਦੇ ਅੰਦਰ ਮੈਂ 35 ਸਾਲ ਗੁਜ਼ਾਰੇ ਨੇ, ਉਹ ਲਿਬਾਸ ਨੂੰ ਤੇ ਉਹ ਜਿਹੜਾ ਚਿੱਬਾ ਜਿਹਾ ਕੌਲਾ ਸੀ, ਉਹਨਾਂ ਦੋਨਾਂ ਨੂੰ ਉਹਨੇ ਨਾਲ ਲੈ ਲਿਆ। ਕਹਿੰਦੀ ਇਹ ਮੈਂ ਨਾਲ ਹੀ ਖੜਨਾ। ਉਹ ਆਦਮੀ ਆਖਣ ਲੱਗਾ, ਕਹਿੰਦੇ ਇਸੇ ਦਲਦਲ ਦੇ ਵਿੱਚੋਂ ਤੇ ਤੈਨੂੰ ਕੱਢ ਕੇ ਤੇ ਤੈਨੂੰ ਚੰਗੀ ਜ਼ਿੰਦਗੀ ਦਿੱਤੀ ਹੈ, ਹੁਣ ਤੂੰ ਇੱਕ ਚੰਗੇ ਇਨਸਾਨ ਦੀ ਤਰ੍ਹਾਂ ਜੇ ਕਿਉਂ ਜਲੀਲ ਹੁੰਦਾ ਹੈ? ਉਹ ਆਖਣ ਲੱਗਾ, ਕਹਿੰਦਾ ਕਿ ਗੱਲ ਤੁਹਾਡੀ ਠੀਕ ਆ, ਪਰ ਜਦੋਂ ਮੈਂ ਇਹਨੂੰ ਛੱਡਣ ਲੱਗਦਾ ਹੈ ਤੇ ਦਿਲ ਨੂੰ ਹੋਰ ਜੇ ਤਰ੍ਹਾਂ ਹੁੰਦਾ ਹੈ, ਜਿਵੇਂ ਪਤਾ ਨਹੀਂ ਮੈਂ ਕੋਈ ਆਪਣੀ ਅਮੋਲਕ ਜਿਹੀ ਚੀਜ਼ ਹੀ ਛੱਡ ਦੇਣ ਲੱਗਾ। ਕਹਿੰਦੇ ਇਹਦਾ ਤਿਆਗਣ ਦਾ ਜੀ ਨਹੀਂ ਕਰਦਾ, ਮੈਨੂੰ ਨਾਲ ਲੈ ਜਾਣ ਦਿਓ, ਕੋਈ ਨਹੀਂ ਮੈਂ ਰਸਤੇ ਦੇ ਵਿੱਚ ਸੁੱਟ ਦੇਵਾਂਗਾ। ਉਹਨੇ ਬਥੇਰਾ ਕਿਹਾ ਹੈ, ਪਰ ਉਹ ਇਹ ਗੱਲ ਮੰਨਦਾ ਹੈ ਕਿ ਤੁਹਾਡੀ ਗੱਲ ਸਹੀ ਹੈ, ਮੈਂ ਇਹ ਛੱਡ ਦੇਵਾਂਗਾ, ਪਰ ਅਜੇ ਮਨ ਨਹੀਂ ਮੰਨ ਰਿਹਾ, ਮੈਂ ਰਸਤੇ ਦੇ ਵਿੱਚ ਇਹਨਾਂ ਨੂੰ ਸੁੱਟ ਦੇਵਾਂਗਾ। ਉਹਦਾ ਕਾਰਨ ਕੀ ਸੀ? ਕਿਉਂਕਿ ਜਿਹੜਾ ਉਹ ਕੌਲਾ ਜਾਂ ਉਹਦਾ ਲਿਬਾਸ ਜਿਹਨੇ ਉਹਦਾ 35 ਸਾਲ ਸਾਥ ਦਿੱਤਾ ਸੀ, ਉਹਨੂੰ ਤਿਆਗਣਾ ਬੜਾ ਔਖਾ ਸੀ। ਅਸਲ ਅੰਦਰ ਸਾਡੀ ਮਾਨਸਿਕ ਤੌਰ 'ਤੇ ਹਾਲਤ ਇਹ ਹੈ ਕਿ ਗੁਰੂ ਆਖਦਾ ਏ, ਲਿਆ ਤੇਰੇ ਪਾਪ ਧੋ ਦੇਵਾਂ, ਤੈਨੂੰ ਨਵੀਂ ਜ਼ਿੰਦਗੀ ਦੇਵਾਂ, ਤੂੰ ਆਪਣੀ ਮੱਤ ਜਿਹੜੀ ਆ ਉਹ ਮੈਨੂੰ ਅਰਪਣ ਕਰ ਦੇ, ਤੂੰ ਆਪਣੀ ਮੱਤ ਮੈਨੂੰ ਦੇ ਦੇ। ਭਾਈ ਗੁਰਦਾਸ ਜੀ ਨੂੰ ਪੁੱਛੀਏ ਤੇ ਕਹਿੰਦੇ ਕਿ ਗੁਰੂ ਜਿਹੜਾ ਹੈ ਉਹ ਇੱਕ ਸੱਚਾ ਸ਼ਾਹ ਹੈ, ਤੇ ਉਹ ਜਿਹੜੀ ਉਹਨੇ ਦੁਕਾਨ ਪਾਈ ਹੋਈ ਹੈ ਨਾਮ ਦੀ, ਉੱਥੇ ਜੀਵ ਦੀ ਔਗਣਾ ਨੂੰ ਲੈ ਲੈਂਦਾ ਹੈ ਤੇ ਗੁਣ ਦਿੰਦਾ ਹੈ। ਪਰ ਕਹਿੰਦੇ ਉਸ ਦੁਕਾਨ ਦੇ ਗਾਹਕ ਵਿਰਲੇ ਜਾਨੀ ਹੁੰਦੇ ਨੇ। ਇਹ ਗੱਲ ਅਸੀਂ ਮੰਨ ਲੈਂਦੇ ਹਾਂ ਕਿ ਦਾਤਾਰ ਸਤਿਗੁਰੂ ਤੁਹਾਡੇ ਬਚਨ ਸੱਚ ਨੇ, ਮਨ ਦੀ ਮੱਤ ਤੇ ਚੱਲਿਆ ਪਾਰ ਉਤਾਰਾ ਨਹੀਂ। ਪਰ ਫਿਦਰਤ ਕੀ ਹੈ ਕਿ 35-40 ਸਾਲ ਤੋਂ ਲਗਾਤਾਰ ਜੋ ਵਿਕਾਰ ਮਨ ਦੇ ਅੰਦਰ ਵਸੇ ਹੋਏ ਨੇ, ਜੋ ਸੋਚ ਮਨ ਦੇ ਅੰਦਰ ਵਸੀ ਹੈ, ਬਣੀ ਹੈ। ਹਾਲਾਂਕਿ ਸਰੀਰਕ ਤੌਰ 'ਤੇ ਜੇ ਕੋਈ ਚੀਜ਼ ਨੂੰ ਤਿਆਗਣਾ ਹੋਵੇ, ਕੱਪੜੇ ਆਦਿਕ ਤੇ ਜੀਵ ਤਿਆਗ ਦਿੰਦਾ ਹੈ, ਪਰ ਜਿਹੜੀ ਮਨ ਦੀ ਮੱਤ ਬਣ ਗਈ ਹੈ, ਇੱਕ ਸੋਚ ਬਣ ਗਈ ਹੈ, ਇੱਕ ਥਿੰਕਿੰਗ ਬਣ ਗਈ ਹੈ, ਜਿਵੇਂ ਦਾ ਅਸੀਂ ਸੋਚਣਾ ਆਪਣਾ ਬਣਾ ਲਿਆ ਹੈ, ਵਿਚਾਰ ਬਣਾ ਲਏ ਨੇ, ਉਹਨੂੰ ਗੁਰੂ ਨੂੰ ਅਰਪਣ ਕਰਨਾ ਇਹ ਬੜਾ ਔਖਾ ਹੈ। ਗੁਰੂ ਦੀ ਮੱਤ ਨੂੰ ਲੈਂਦੇ ਆ ਔਰ ਆਪਣੀ ਮੱਤ ਵੀ ਨਹੀਂ ਛੱਡਦੇ, ਤਾਂ ਕਰਕੇ ਸਾਹਿਬ ਕਹਿੰਦੇ ਭਾਈ ਇਹ ਮਨ ਵਸ ਦੇ ਅੰਦਰ ਨਹੀਂ ਆ ਰਿਹਾ। ਜੋ ਸਤਿਗੁਰਾਂ ਨੇ ਬਚਨ ਕੀਤੇ ਨਾ, ਕੋ ਮਾਏ ਭੁੱਲਿਓ ਮਨ ਸਮਝਾਵੇ, ਇਹ ਭੁੱਲੇ ਹੋਏ ਮਨ ਨੂੰ ਇਹ ਮਾਂ ਕੌਣ ਸਮਝਾਵੇ। ਇਹ ਗੁਰੂ ਦੀ ਮੱਤ ਵੀ ਲੈਂਦਾ ਏ, ਵੇਦ ਪੁਰਾਨ ਸਾਧ ਮੱਗ ਤੋਂ ਭਾਵ ਹੁੰਦਾ ਏ ਰਸਤਾ, ਇਹ ਰੱਬੀ ਪਿਆਰਿਆਂ ਦੇ ਰਸਤੇ ਤੇ ਵੀ ਚੱਲਦਾ ਏ। ਇਹ ਧਾਰਮਿਕ ਗ੍ਰੰਥਾਂ ਦੇ ਉਪਦੇਸ਼ ਵੀ ਲੈਂਦਾ ਏ, ਉਹਨਾਂ ਨੂੰ ਸੁਣਦਾ ਏ। ਨਿਮਖ ਨਾ ਹਰ ਗੁਣ ਗਾਵੇ, ਤੇ ਫਿਰ ਵੀ ਆਪਣੀ ਮਨ ਦੀ ਮੱਤ ਕਾਰਨ ਉਪਦੇਸ਼ ਨੂੰ ਲੈ ਲਿਆ ਏ। ਤੇ ਕਹਿੰਦੇ ਉਵੇਂ ਹੀ ਜਿਵੇਂ ਪੱਥਰ ਪਾਣੀ ਦੇ ਅੰਦਰ ਹੈ, ਜਦੋਂ ਪਾਣੀ ਦੇ ਅੰਦਰ ਹੈ, ਜਦੋਂ ਇਹਦੇ ਮਨ ਦੇ ਅੰਦਰ ਗੁਰੂ ਦਾ ਉਪਦੇਸ਼ ਜਾਂਦਾ ਏ, ਮਨ ਭਿੱਜਦਾ ਏ। ਜਦੋਂ ਉਹ ਸੰਗ ਦੇ ਵਿੱਚੋਂ ਜਾਂ ਗੁਰੂ ਦੇ ਦੁਆਰੇ ਤੋਂ ਬਾਹਰ ਜਾਂ ਉਹ ਧਾਰਮਿਕ ਉਪਦੇਸ਼ ਨੂੰ ਸੁਣ ਕੇ ਪਾਸੇ ਹੁੰਦਾ ਏ, ਤੇ ਜਿਵੇਂ ਪੱਥਰ ਪਾਣੀ ਤੋਂ ਬਾਹਰ ਕੱਢਿਆ ਫਿਰ ਆਪਣੇ ਅਸਲ ਰੂਪ ਦੇ ਅੰਦਰ ਆ ਜਾਂਦਾ ਏ। ਉਹ ਕਠੋਰ ਦਾ ਕਠੋਰ, ਸੁੱਕੇ ਦਾ ਸੁੱਕਾ। ਕਹਿੰਦੇ ਜੀਵ ਦਾ ਵੀ ਸੁਭਾਅ ਜਿਵੇਂ ਦਾ ਏ, ਜਿੰਨਾ ਚਿਰ ਗੁਰੂ ਦੇ ਪਾਸ ਹੈ ਉਹਨਾਂ ਚਿਰ ਤੇ ਇਹਦੇ ਸੁਭਾਅ ਦੇ ਅੰਦਰ ਨਮੀ ਹੈ। ਪਾਣੀ ਦੇ ਅੰਦਰ ਪੱਥਰ ਪਿਆ, ਇਉਂ ਲੱਗਦਾ ਹੈ ਕਿ ਇਹ ਪਾਣੀ ਦਾ ਹੀ ਰੂਪ ਹੋ ਗਿਆ ਹੈ। ਇਹਦੇ ਅੰਦਰੋਂ ਹੁਣ ਜਿਹੜਾ ਨਮੀ ਹੈ ਇਹ ਦੂਰ ਨਹੀਂ ਹੋਵੇਗੀ, ਪਰ ਉਹਨੂੰ ਬਾਹਰ ਕੱਢਦਿਆਂ ਸਾਰੇ ਕੁਝ ਸਕਿੰਟਾਂ ਦੇ ਅੰਦਰ ਹੀ ਉਹ ਆਪਣਾ ਅਸਲ ਰੂਪ ਸਾਹਮਣੇ ਲੈ ਆਉਂਦਾ। ਸਾਹਿਬ ਕਹਿੰਦੇ ਹੇ ਮਾਂ, ਇਹਨੂੰ ਕਿਵੇਂ ਸਮਝਾਇਆ ਜਾਵੇ
ਇਹ ਤੇ ਮਾਲਕ ਦੀ ਬੰਦਗੀ ਦੇ ਵੱਲ ਆਉਂਦਾ ਹੀ ਨਹੀਂ, ਉਹਦੇ ਗੁਣਾਂ ਨੂੰ ਗਾਉਂਦਾ ਹੀ ਨਹੀਂ, ਉਹਦੀ ਸਿਮਰਤੀ ਦੇ ਅੰਦਰ ਜੁੜਦਾ ਹੀ ਨਹੀਂ। ਫਿਰ ਸਾਹਿਬ ਨੇ ਅੱਗੇ ਬਚਨ ਕੀਤੇ, ਕਹਿੰਦੇ ਦੁਰਲਭ ਦੇਹ ਪਾਏ ਮਾਨਸ ਕੀ, ਬਿਰਥਾ ਜਨਮ ਸਿਰਾਵੈ। ਸਾਹਿਬ ਕਹਿੰਦੇ ਭਾਈ ਫਿਰ ਜਦੋਂ ਜੀਵ ਐਵੇਂ ਦੀ ਬਿਰਤੀ ਧਾਰਨ ਕਰ ਲੈਂਦਾ ਹੈ ਨਾ, ਗੁਰੂ ਦੀ ਮੱਤ ਨੂੰ ਵੀ ਕਹਿੰਦਾ ਹੈ ਕਿ ਦਤਾਰ ਮੱਤ ਤੁਹਾਡੀ ਬਿਲਕੁਲ ਸੱਚ ਹੈ, ਓੜਕ ਸੱਚ ਹੈ, ਕੋਈ ਦੋਰਾਵਾ ਨਹੀਂ। ਪਰ ਕਹਿੰਦੇ ਆਪਣੀ ਮਨ ਦੀ ਮੱਤ ਵੀ ਨਹੀਂ ਛੱਡਦਾ। ਕਹਿੰਦੇ ਉਦੋਂ ਫਿਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਜਿਹੜਾ ਇਹਨੂੰ ਦੁਰਲੱਭ ਵਸਤੂ, ਜਿਹੜੀ ਇਹਨੂੰ ਦੁਰਲੱਭ ਜਨਮ ਜਿਹੜਾ ਮਿਲਿਆ ਹੈ, ਕਹਿੰਦੇ ਭਾਈ ਉਦੋਂ ਫਿਰ ਇਹ ਦੁਰਲੱਭ ਜਨਮ ਨੂੰ ਵਿਅਰਥ ਗਵਾ ਲੈਂਦਾ। ਦੁਰਲੱਭ ਦੇਹ ਤੋਂ ਭਾਵ ਇਹ ਕਾਇਆ, ਇਹ ਸਰੀਰ ਬੜਾ ਕੀਮਤੀ, ਬੜਾ ਬੇਸ਼ੁਮਾਰ, ਜਿਹਦਾ ਕੋਈ ਮੁੱਲ ਹੀ ਨਹੀਂ। ਇਸੇ ਦੇ ਬਾਬਤ ਹੀ ਆਪਾਂ ਨੇ ਕੱਲ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਸਨ ਕਿ ਇਹ ਬੜਾ ਕੀਮਤੀ ਹੈ। ਕਹਿੰਦੇ ਦੁਰਲੱਭ ਦੇਹ ਪਾਏ, ਇਹਨੂੰ ਪਾ ਕੇ ਬਿਰਥਾ ਜਨਮ ਸਿਰਾਵੇ। ਇਹ ਮਾਨਸ, ਇਹ ਮਨੁੱਖ, ਤੂੰ ਮਨੁੱਖਾ ਜਨਮ ਨੂੰ ਪ੍ਰਾਪਤ ਕੀਤਾ ਹੈ ਤੇ ਪ੍ਰਾਪਤ ਕਰਕੇ ਜੇ ਬਿਰਥਾ ਹੀ ਗਵਾਈ ਜਾ ਰਿਹਾ ਹੈ ਤੇ ਫਿਰ ਤੇਰੇ ਤੇ ਬਾਕੀ ਜੀਵਾਂ, ਬਾਕੀ ਪਸ਼ੂ ਪੰਛੀਆਂ ਦੇ ਅੰਦਰ ਕੀ ਅੰਤਰ ਹੈ? ਤੇਰੇ ਤੇ ਬਾਕੀਆਂ ਦੇ ਵਿੱਚ ਕੋਈ ਫਰਕ ਤੇ ਨਹੀਂ ਹੈ। ਪਸ਼ੂ ਪੰਛੀ ਨੇ ਉਹ ਵੀ ਆਪਣਾ ਗੁਜ਼ਾਰਾ ਕਰਦੇ ਨੇ, ਭਾਵੇਂ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਆਪਣਾ ਪੇਟ ਭਰਨਾ ਪਵੇ। ਉਹ ਸ਼ਾਕਾਹਾਰੀ ਨੇ, ਉਹ ਮਾਸਾਹਾਰੀ ਨੇ, ਉਹ ਆਪਣਾ ਪੇਟ ਭਰਦੇ ਨੇ, ਉਹ ਆਪਣੇ ਬੱਚਿਆਂ ਦਾ ਵੀ ਜਨਮ ਦਿੰਦੇ ਨੇ, ਉਹਨਾਂ ਦੀ ਵੀ ਪਾਲਣਾ ਕਰਦੇ ਨੇ, ਔਰ ਉਹਨਾਂ ਦੇ ਵੀ ਪੇਟ ਭਰਨ ਵਾਸਤੇ ਕੋਈ ਆਹਰ ਕਰਦੇ ਨੇ। ਕਹਿੰਦੇ ਜੇ ਤੂੰ ਵੀ ਆਪਣੇ ਤੇ ਆਪਣੇ ਪਰਿਵਾਰ ਤੱਕ ਹੀ ਸੀਮਤ ਹੈ ਤੇ ਜਿੰਨੇ ਇਹ ਜਨਮ ਦਿੱਤਾ ਏ ਉਹਦਾ ਚਿੱਤ ਚੇਤਾ ਹੀ ਨਹੀਂ, ਕਹਿੰਦੇ ਤੇਰੇ ਤੇ ਫਿਰ ਪਸ਼ੂ ਦੇ ਅੰਦਰ ਕੋਈ ਫਰਕ ਨਹੀਂ। ਪੇਟ ਭਰੈ ਪਸ਼ੂਆਂ ਜਿਉ ਸੋਇਓ, ਮਨੁੱਖ ਜਨਮ ਹੈ ਹਾਰਿਓ। ਸਾਹਿਬ ਕਹਿੰਦੇ ਜਿਵੇਂ ਪਸ਼ੂ ਹੈ, ਉਹਨੂੰ ਜੇ ਖੁਰਲੀ ਦੇ ਉੱਪਰ ਉਹਦਾ ਮਾਲਕ ਬੰਨ੍ਹ ਕੇ ਤੇ ਉਹਨੂੰ ਜਿਉ ਪਾਉਂਦਾ ਏ ਉਹ ਖਾ ਲੈਂਦਾ ਏ ਪੇਟ ਭਰ ਕੇ, ਬਾਅਦ 'ਚ ਕਿਹੜਾ ਉਹਨੇ ਕੋਈ ਕਿਰਤ ਕਰਨੀ ਹੈ। ਉਹ ਪੇਟ ਭਰ ਲੈਂਦਾ ਏ, ਸਵੇਰੇ ਖਾ ਲਏ, ਗਾਲਾਂ ਕਰਦੇ ਆ, ਬੈਠ ਗਿਆ, ਉੱਠ ਗਿਆ, ਫਿਰ ਦੁਪਹਿਰੇ, ਫਿਰ ਸ਼ਾਮ ਨੂੰ। ਕਹਿੰਦੇ ਖਾ ਪੀ ਕੇ ਉਹਦੇ ਦਿਨ ਗੁਜ਼ਰਦੇ ਜਾ ਰਹੇ ਨੇ ਤੇ ਖਾ ਪੀ ਕੇ ਤੇਰੇ ਗੁਜ਼ਰਦੇ ਜਾ ਰਹੇ ਨੇ। ਫਰਕ ਕੀ ਹੈ? ਫਿਰ ਮਨੁੱਖਾ ਜਨਮ ਅਮੋਲਕ ਕਿਉਂ ਹੈ? ਇੱਕ ਸਾਖੀ ਮਿਲਦੀ ਹੈ ਸਤਿਗੁਰੂ ਧੰਨ ਗੁਰੂ ਦਸਮ ਪਾਤਸ਼ਾਹ ਮਹਾਰਾਜ ਅਨੰਦਪੁਰ ਦੀ ਪਾਵਨ ਪਾਕ ਧਰਤੀ ਤੇ ਬੈਠੇ ਨੇ। ਭਾਈ ਨੰਦ ਲਾਲ ਸਤਿਗੁਰਾਂ ਦੇ ਪਾਸ ਹੈ। ਜਿਸ ਕਿਤਾਬ ਦੇ ਅੰਦਰ ਭਾਈ ਨੰਦ ਲਾਲ ਨੇ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਕੀਤੀ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਚਲੀ ਮਨਜੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਕਹਿੰਦੇ ਜਦੋਂ ਇਹ ਰਚਨਾ ਭਾਈ ਨੰਦ ਲਾਲ ਲਿਖ ਰਹੇ ਸਨ, ਦਇਆ ਦੇ ਘਰ ਸਤਿਗੁਰੂ ਅਨੰਦਪੁਰ ਦੀ ਪਾਕ ਧਰਤੀ ਤੇ ਬੈਠੇ ਹੋਏ ਨੇ। ਮਾਤਾ ਗੁਜਰ ਕੌਰ ਪ੍ਰਸ਼ਾਦਾ ਛਕਾ ਰਹੇ ਨੇ, ਪ੍ਰਸ਼ਾਦਾ ਛਕ ਰਹੇ ਨੇ। ਲਾਗੇ ਇੱਕ ਕੁੱਕਰ ਕੁੱਤਾ ਬੈਠਾ ਹੈ। ਸਤਿਗੁਰਾਂ ਨੇ ਪ੍ਰਸ਼ਾਦਾ ਛਕਦਿਆਂ ਅੱਧਾ ਪ੍ਰਸ਼ਾਦਾ ਇਤਿਹਾਸ ਦੱਸਦਾ ਹੈ ਕਿ ਕੁੱਤੇ ਨੂੰ ਪਾਇਆ, ਉਹਦੇ ਵੱਲ ਨੂੰ ਪ੍ਰਸ਼ਾਦਾ ਸੁੱਟਿਆ ਹੈ ਤੇ ਉਹਨੇ ਥੱਲੇ ਨੇ ਡਿੱਗਣ ਦਿੱਤਾ। ਸਤਿਗੁਰਾਂ ਨੂੰ ਦੇਖ ਰਿਹਾ ਸੀ। ਸਤਿਗੁਰਾਂ ਨੇ ਆਮ ਹੀ ਆਪਾਂ ਜਦੋਂ ਪ੍ਰਸ਼ਾਦਾ ਛਕਦੇ ਹਾਂ ਤੇ ਜਦੋਂ ਕੁੱਕਰ ਜਿਹੜੇ ਆਪਾਂ ਘਰਾਂ ਦੇ ਅੰਦਰ ਰੱਖੇ ਹੁੰਦੇ ਨੇ, ਜਦੋਂ ਉਹ ਕੋਲ ਆਣ ਕੇ ਬੈਠ ਜਾਂਦੇ ਨੇ ਤੇ ਉਹਨੂੰ ਬੁਰਕੀ ਪਾ ਦੇਈਦੀ, ਉਹਨੂੰ ਆਸ ਹੁੰਦੀ ਹੈ। ਹੁਣ ਸਤਿਗੁਰੂ ਜੀ ਸੱਜੇ ਹੋਏ ਨੇ, ਪ੍ਰਸ਼ਾਦਾ ਛਕ ਰਹੇ ਨੇ, ਭਾਈ ਨੰਦ ਲਾਲ ਲਾਗੇ ਬੈਠੇ ਨੇ। ਕੀ ਤੱਕਿਆ ਹੈ ਭਾਈ ਨੰਦ ਲਾਲ ਨੇ? ਸਤਿਗੁਰਾਂ ਨੇ ਕੁੱਕਰ ਨੂੰ ਦੇਖਿਆ, ਉਹ ਦੇਖ ਰਿਹਾ ਹੈ ਤੇ ਅੱਧਾ ਪ੍ਰਸ਼ਾਦਾ ਪਾਤਾ ਹੈ, ਉਹਨੇ ਥੱਲੇ ਨੇ ਡਿੱਗਣ ਦਿੱਤਾ, ਉਹਨੇ ਖਾ ਲਿਆ ਹੈ। ਤੇ ਭਾਈ ਨੰਦ ਲਾਲ ਨੇ ਬਚਨ ਕੀਤਾ, ਕਹਿਣ ਲੱਗੇ ਸਤਿਗੁਰੂ ਇੱਕ ਕੁੱਕਰ ਇੱਧਰ ਵੀ ਬੈਠਾ ਹੈ,
सतगुरु एक कुकर इधर भी बैठा है, इनू भी पाओ। ते दसम पातशाह महाराज जी दे बचन सन, कहन लगे ये कुकर हाले ਉਹਦੇ बराबर नहीं होया। भाई नंद लाल बड़े हैरान होए, अखां 'ਚ जल भी आया। साहिब कहंदे नंद लाल हाले तू ਉਹਦੇ बराबर नहीं होया, तू मंग लिया है ਉਹਨੇ मंगिया नहीं, वो सबर दे अंदर बैठा है। कहंदे तू मंग लिया है, तू हाले ਉਹਦੀ बराबरी नहीं कीती। भाई नंद लाल आखन लगा सतगुरु है तो मैं कुकर ही, पर मैं कुकरां दे विचों भी सब तो नीच कुकर हाँ। मेरे अंदर अजे सबर नहीं आया, कृपा करो मेरे अंदर सबर आवे ते तुसीं अपने आप ही इस कुकर नूं दान दिओ। साहिब सतगुरु धन गुरु कलगीधर पातशाह महाराज जी ने बख्शिशां दे भाई नंद नाल नूं निवाजिया। और जदों भी दसम पातशाह महाराज जी दी किसी भी जगह के उपर देशों प्रदेशों के अंदर बात पैंदी है, सतगुरां दे जीवन की गल हुंदी है तो भाई नंद लाल का जिक्र आउंदा है। किते भी जे सतगुरां दा बाणी का जाप हुंदा होवे जां किते भी विचार होवे ते भाई नंद लाल का जिक्र आउंदा है। सतगुरां ने बड़ा वड्डा निवाजिया। और कुकर की गल करदिआं कहा कि भाई कुकर जिहड़ा है ये बड़ा पाक है, ये ईमानदार बड़ा है, इहदे अंदर सबर बड़ा है। ते साहिब कहंदे भाई नंद लाल वो मालक दा कुकर ही बन जा। जे कुकर बनना है तो कुकर इवें दा बन जिहड़ा अपने मालक दा दर नहीं छड्डदा, अपने मालक नूं कदी भी त्यागदा नहीं, भावें मालक जिन्ना मर्जी। जिवें कल आपां ने साईं बुल्ले शाह की गल कीती सी कि उन्होंने जदों देखिया कि कुकर नूं उहदा मालक कुट रहा है, वो फिर भी उन्हों त्याग नहीं रहा, छड्ड नहीं रहा, वो कुटदा है, वो भजदा है, चौं चौं करदा है, फिर आण के पैर चट्टन लग पैंदा है। बुल्ले शाह आखण लगा कि मालक दा दर कदे ना छड्डीए, भावें 100 मारे जुत्ते, चल बुल्लिया उठ पीर मना लै, नहीं तां बाजी लै गए कुत्ते। बुल्ले शाह अपने पीर नूं मना लै, नहीं तां तेरे तो ते कुत्ते ही चंगे। साहिब कहंदे भाई ये मानस जन्म, मनुखा जन्म, ये बड़ा कीमती है। भाई गुरदास और भगत कबीर जी बाणी दे अंदर जिक्र करदे कहंदे कबीर मानस जन्म दुलंभ है, होए न 12 बार, ज्यों बन फल पाके भुए गिरे, बहर न लागे डर। कहंदे जिवें एक फलदार बूटे दे नाल फल पक्का है ते जदों पक के वो थल्ले डिग पैंदा है ते फिर मुड़ यतन करन ते भी वो उस अपनी डाली दे नाल जुड़दा नहीं। मनुखा जन्म मिलिया ये बड़ा दुर्लभ है, व्यर्थ ना गवा लई, मुड़ के पता नहीं मिलना है कि नहीं मिलना। साहिब कहंदे दुर्लभ देह पाए मानस की, बिरथा जन्म सिरावे, तू क्यों इनों व्यर्थ ही गवाई जा रहा है। माया मोह महा संकट बन, तांस्यों रुच उपजावे। हे मना माया दे मोह दे महा संकट बन, कहंदे बड़े गंभीर जे ये माया मोह दे बन जंगल दे अंदर तू फसी जा रहा है। ये इवें दा जाल है जिहड़ा बना भी तूरिया है ते जिहदे विच तू उलझ के आप ही आपा गवा लेना है। जिवें मकड़ी जाला पैदा करती है, वो जाल बनाउंदी है, क्योंकि मकड़ी जिहड़ी है वो उहदे तरल पदार्थ जिहड़े निकलते हैं उन्हां तो वो विस्टा तो ही अपना एक जाल तैयार करती है, जिहदे विच उहदी मन की तो विचार ये है, भावना तो है कि ये जाला बनाऊँ, ये अंदर कोई शिकार फसेगा तो उन्होंने मैं खा लूँ। पर साहिब कहंदे मकड़ी जिहड़ी है अपना ही जाला बना के ते एक दिन आप ही उहदे विच फस जाती है ते उत्थे ही उहदी मौत हो जाती है। कहंदे भाई तेरे ते मकड़ी दे अंदर भी कोई फर्क नहीं। माया ते मोह इन्हां विकारां दे नाल इन्हां पदार्थां दे अंदर इस
ਇੰਨੇ ਕੁ ਭਿਆਨਕ ਜਾਲੇ ਤੂੰ ਬਣਾਈ ਜਾ ਰਿਹਾ ਹੈ ਜਿਹਦੇ ਵਿੱਚੋਂ ਬਾਅਦ 'ਚ ਤੈਨੂੰ ਹੀ ਨਿਕਲਣਾ ਔਖਾ ਹੋ ਜਾਂਦਾ ਹੈ। ਤੇ ਕਹਿੰਦੇ ਤੂੰ ਉੱਥੇ ਹੀ ਪ੍ਰਾਣ ਤਿਆਗ ਦਿੰਦਾ ਹੈ। ਮਾਇਆ ਮੋਹ ਮਹਾ ਸੰਕਟ ਬਨ, ਇਹ ਬੜਾ ਭਿਆਨਕ ਮਾਇਆ ਤੇ ਮੋਹ ਦਾ ਬਨ ਹੀ ਜੰਗਲ ਹੈ। ਦੇਖੀ ਕਿਤੇ ਇਸ ਦੇ ਜਾਲ ਦੇ ਅੰਦਰ ਨਾ ਫਸ ਜਾਵੀਂ, ਤਾਂ ਸਿਉ ਰੁਚ ਉਪਜਾਵੇ। ਪਰ ਸਾਹਿਬ ਕਹਿੰਦੇ ਰੁਚ ਤੋਂ ਭਾਵ ਹੁੰਦਾ ਹੈ ਪਿਆਰ। ਕਹਿੰਦੇ ਤਾਂ ਸਿਉ ਤੇਰੀ ਤੇ ਇਸੇ ਹੀ ਜੰਗਲ ਦੇ ਨਾਲ ਪ੍ਰੀਤ ਪੈ ਗਈ ਹੈ, ਫਿਰ ਪਾਰ ਉਤਾਰਾ ਕਿਵੇਂ ਹੋਵੇ। ਫਿਰ ਸਤਿਗੁਰਾਂ ਨੇ ਮਿਹਰਮਤ ਵਰਤਾਈ, ਕਹਿਣ ਲੱਗੇ ਅਖੀਰਲੇ ਬੰਦ ਅੰਦਰ, ਕਹਿੰਦੇ ਅੰਤਰ ਬਾਹਰ ਸਦਾ ਸੰਗ ਪ੍ਰਭ। ਇਹ ਭਲਿਆ ਜਿਹੜਾ ਹਰ ਜਗ੍ਹਾ ਰਮਿਆ ਹੋਇਆ ਪ੍ਰੀਤਮ ਪਿਆਰਾ ਹੈ, ਜਿਹੜਾ ਨੱਕ ਹੱਥ ਕੰਨ ਮੁਖ ਆਦਿ ਨੇ ਬਖਸ਼ੇ ਨੇ, ਜਿਨਨੇ ਇਹ ਪੰਜ ਭੂਤਕ ਕਾਇਆ ਤੈਨੂੰ ਦਿੱਤੀ ਹੈ। ਜੀਓ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਨ ਖਾਨ। ਸਾਹਿਬ ਕਹਿੰਦੇ ਜਿਨਨੇ ਸਭ ਕੁਝ ਤੈਨੂੰ ਦਿੱਤਾ ਹੋਇਆ ਏ, ਤਾਂ ਸਿਓ ਨੇਹੁ ਨਾ ਲਾਵੇ। ਕਹਿੰਦੇ ਜੇ ਨਹੀਂ ਲਾਉਣਾ ਹੈ ਤੇ ਇਹਨੂੰ ਲਾ। ਨੇ ਤੋਂ ਭਾਵ ਹੁੰਦਾ ਏ ਪਿਆਰ। ਕਹਿੰਦੇ ਜਿੱਥੇ ਤੂੰ ਪਿਆਰ ਪਾਈ ਬੈਠਾ ਏ, ਹਾਂ ਹੁਣ ਤੈਨੂੰ ਉਹ ਬੜਾ ਵਧੀਆ ਲੱਗਦਾ ਏ। ਕਿਉਂਕਿ ਜਦੋਂ ਮੱਕੜੀ ਵੀ ਜਾਲਾ ਬਣਾਉਂਦੀ ਹੈ ਤੇ ਉਹਦੇ ਇੱਕ ਮਗਰ ਸੋਚ ਕੰਮ ਕਰ ਰਹੀ ਹੈ ਕਿ ਮੈਂ ਇਹ ਜਾਲਾ ਬਣਾ ਕੇ ਤੇ ਇਹਦੇ ਵਿੱਚ ਜਿਹੜਾ ਸ਼ਿਕਾਰ ਫਸੂਗਾ ਉਹਨੂੰ ਛਕਾਂਗੀ, ਉਹ ਮੇਰਾ ਭੋਜਨ ਬਣੇਗਾ। ਕਹਿੰਦੇ ਜਿਵੇਂ ਤੂੰ ਇਹ ਮੋਹ ਮਾਇਆ ਦੇ ਬਣ ਦੇ ਅੰਦਰ ਫਸ ਰਿਹਾ ਹੈ, ਔਰ ਜਿਵੇਂ ਇਹ ਤੂੰ ਆਪ ਹੀ ਆਪਣੇ ਕਰਮ ਕਰਕੇ ਇਹ ਜਾਲ ਬਣਾ ਰਿਹਾ ਹੈ, ਇੱਕ ਦਿਨ ਇਹਦੇ ਵਿੱਚ ਹੀ ਤੂੰ ਫਸਣਾ ਹੈ। ਸਾਹਿਬ ਕਹਿੰਦੇ ਤਾਂ ਕਰ ਅੰਤਰ ਬਾਹਰ ਜਿਹੜਾ ਹਰ ਜਗ੍ਹਾ ਰਮਿਆ ਹੋਇਆ ਪ੍ਰੀਤਮ ਹੈ, ਤਾਂ ਸਿਉ ਨੇਹ ਨਾ ਲਾਵੈ। ਉਹਦੇ ਨਾਲ ਤੂੰ ਪ੍ਰੀਤ ਨਹੀਂ ਪਾ ਰਿਹਾ, ਉਹਦੇ ਨਾਲ ਉਸ ਮਾਲਕ ਦੇ ਨਾਲ ਪ੍ਰੇਮ ਪਾ, ਉਹਦੇ ਮਾਰਗ ਵੱਲ ਨੂੰ ਚੱਲ। ਕੇਵਲ ਸੁਣ ਕੇ ਉਪਦੇਸ਼ ਤੇ ਉਹਨੂੰ ਧਾਰਨ ਨਾ ਕੀਤੇ ਬਿਨਾ ਜੀਵਨ ਦੇ ਅੰਦਰ ਤਬਦੀਲੀ ਨਹੀਂ। ਨਾਨਕ ਮੁਕਤ ਤਾਹੇ ਤੁਮ ਜਾਨੋ, ਜਿਹੇ ਕਟ ਰਾਮ ਸਮਾਵੇ। ਤੇ ਸਾਹਿਬ ਕਹਿੰਦੇ ਹੇ ਭਲੇ ਪੁਰਖਾ, ਸਾਹਿਬ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਮੁਕਤ ਤੇ ਉਹੀ ਜਨ ਹੈ, ਉਹੀ ਜਨ ਮੁਕਤ ਹੋਏ ਨੇ ਜਿਨ੍ਹਾਂ ਨੇ ਆਪਣੇ ਹਿਰਦੇ ਘਟ ਹਿਰਦੇ ਦੇ ਅੰਦਰ ਰਾਮ ਨੂੰ ਸਮਾ ਲਿਆ ਏ, ਮਾਲਕ ਜੀਆਂ ਦੇ ਬਚਨਾਂ ਨੂੰ ਸਮਾ ਲਿਆ ਏ। ਉਹੀ ਜਨ ਮੁਕਤ ਹੋਏ ਨੇ। ਸੇ ਮੁਕਤ ਭਏ ਜਿਨ ਹਰ ਨਾਮ ਤੇ ਆਇਆ। ਕਹਿੰਦੇ ਭਾਈ ਉਹੀ ਮੁਕਤ ਨੇ ਜਿਨ੍ਹਾਂ ਨੇ ਮਾਲਕ ਦੇ ਨਾਮ ਨੂੰ ਸੁਣਿਆ, ਮੰਨਿਆ, ਮਨ ਕੀਤਾ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਕਹਿੰਦੇ ਜਿਨ੍ਹਾਂ ਨੇ ਸੁਣਿਆ ਏ, ਸੁਣਨਾ ਵੀ ਜ਼ਰੂਰੀ ਹੈ। ਕਹਿੰਦੇ ਸੁਣ ਕੇ ਮੰਨਿਆ ਏ, ਜੀਵਨ ਦੇ ਅੰਦਰ ਅਪਲਾਈ ਕੀਤਾ ਹੈ। ਸਤਿਗੁਰਾਂ ਦੇ ਉਪਦੇਸ਼ ਸਭ ਵਾਸਤੇ ਸਾਂਝੇ ਨੇ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼। ਸਾਹਿਬ ਕਹਿੰਦੇ ਭਾਈ ਜਿਹੜਾ ਉਪਦੇਸ਼ ਹੈ ਨਾ, ਇਹ ਚੌਂ ਵਰਨਾਂ ਨੂੰ ਹੀ ਸਾਂਝਾ ਹੈ। ਇਹ ਸਾਰਿਆਂ ਵਾਸਤੇ ਹੈ, ਕੇਵਲ ਇਹ ਸਿੱਖ ਵਾਸਤੇ ਨਹੀਂ ਜਾਂ ਖਾਸ ਕਿਸੇ ਸ਼੍ਰੇਣੀ ਵਾਸਤੇ ਨਹੀਂ। ਇਹ ਤੇ ਜਿਹੜਾ ਇਸ ਸਮੁੰਦਰ ਸਾਗਰ ਦੀ ਗਹਿਰਾਈ ਦੇ ਅੰਦਰ ਉਤਰਦਾ ਹੈ, ਔਰ ਜਿੰਨਾ ਡੂੰਘਾ ਜਾਂਦਾ ਹੈ ਉਨਾ ਹੀ ਜ਼ਿਆਦਾ ਰਸ ਆਉਂਦਾ। ਗੁਰੂ ਕਿਰਪਾ ਕਰਨ ਸਾਹਿਬ ਵਾਰ-ਵਾਰ ਵੱਖ-ਵੱਖ ਉਦਾਹਰਨਾਂ ਦੇ ਸਮਝਾਉਂਦੇ ਨੇ। ਸਤਿਗੁਰੂ ਜੀ ਕਿਰਪਾ ਕਰਨ ਅੱਜ ਦੇ ਸ਼ਬਦ ਅੰਦਰ ਸਤਿਗੁਰਾਂ ਨੇ ਮਾਂ ਨੂੰ ਸੰਬੋਧਨ ਕਰ ਸਮਝਾਉਣਾ ਕੀਤਾ ਹੈ। ਹੇ ਮਾਂ, ਮੈਨੂੰ ਇਵੇਂ ਦਾ ਕੋਈ ਮਾਰਗ ਦੱਸ ਜਿਸ ਤੇ ਚੱਲਿਆ ਮੈਂ ਜੀਵਨ ਨੂੰ ਸਫਲਾ ਕਰ ਸਕਾਂ। ਤੇ ਅਖੀਰ ਤੇ ਫਿਰ ਸਾਹਿਬ ਨੇ ਕਿਹਾ ਭਾਈ ਉਹ ਰੱਬੀ ਪਿਆਰਾ ਪ੍ਰੀਤਮ ਮਾਲਕ ਜਿਹੜਾ ਹੈ, ਉਹਨੂੰ ਹਿਰਦੇ ਦੇ ਅੰਦਰ ਵਸਾਇਆ, ਉਹਦੇ ਬਚਨਾਂ ਨੂੰ ਜੀਵਨ ਦੇ ਅੰਦਰ ਧਾਰਨ ਕੀਤਿਆਂ ਹੀ ਜੀਵਨ ਮੁਕਤ ਹੈ, ਜੀਵਨ ਦੀ ਪ੍ਰਾਪਤੀ ਹੈ। ਸਤਿਗੁਰੂ ਜੀ ਕਿਰਪਾ ਕਰਨ ਸਤਿਗੁਰਾਂ ਜੀ ਦੇ ਬਚਨ ਸੁਣਦਿਆਂ ਸੁਣਾਉਂਦਿਆਂ ਜੀਵਨ ਦੇ ਅੰਦਰ ਵਸ ਜਾਵਨ। ਸਤਿਗੁਰੂ ਜੀ ਕਿਰਪਾ ਕਰਨ ਆਇਆ ਹੋਇਆ ਸਫਲ ਹੋ ਜਾਵੇਗਾ। ਪਾਵਨ
ਬਾਣੀ ਦੀ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਅਣਜਾਣ ਦਾਸਰੇ ਸਮਝ ਕੇ ਮੁਆਫ ਕਰਨਾ। ਸਤਿਗੁਰੂ ਜੀ ਕਿਰਪਾ ਕਰਨ, ਆਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ। ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।